are you? Welcome to your botany lecture. Beta, we were studying cycas. In cycas we have read female gametophyte. Today we will read male gametophyte. Male gametophyte starts from microspore. Microspore or pollen grains is the first cell of the male gametophyte. ਇਹ ਅਸੀਂ ਹਮੇਸ਼ਾ ਯਾਦ ਰੱਖਣਾ ਆ और यह यूनीन्यूक्लिएटेड मीनस एक सर्कुलर स्पोर हुंदा आ इहदे विच सिंगल न्यूक्लियस हुंदा आ हैप्लॉइड हुंदा आ और यह माइक्रोस्पोरेंजिया दे अंदर बनदा आ। हुण जिहड़ा स्पोर आ यह जदों बनदा आ उस वेले इहदे विच टू लेयर्ड वॉल हुंदी है, दो वॉल्स नाल यह ढकिया हुंदा माइक्रोस्पोर और आउटर वॉल नूं असीं कहने आ एग्जाइन ते इनर वॉल नूं कहंदे आ इंटाइन। स्पोर जिहड़ा आ उहदे विच आह स्पोर आ इहदी दो वॉल्स आ एग्जाइन इंटाइन सेंटर दे विच आह न्यूक्लियस आ ते इहदे विच स्टार्च ग्रेन्स प्रेजेंट हुंदे आ स्टार्च ग्रेन्स। जदों पूरा माइक्रोस्पोर मैच्योर हो जाता है उस वेले जिहड़े स्टार्च ग्रेन्स आ ओह डिजोल्व हो जाते हैं, डिसइंटीग्रेट या डिसअपीयर हो जाते हैं। स्पोर जिहड़ा आ इहदे विच एक लॉन्गीट्यूडनल स्लिट हुंदी है। स्लिट हुण मतलब एक दरार कह सकते हैं या एक लाइन हुंदी है। ये जिहड़ी लाइन आ ਇੱਦਾਂ बनी हुंदी है कि सानू जिहड़ा स्पोर आ उहदी शेप उस वेले बोट लाइक बोट शेप्ड स्पोर या बोर लाइक स्ट्रक्चर इहदा दिखदा आ माइक्रोस्पोर दा। डेवलपमेंट ऑफ मेल गैमेटोफाइट जिहड़ा आ पार्टली ये ध्यान रखना आ, पार्टली मतलब कुछ जिहड़ा डेवलपमेंट आ ਉਹ ਮਾਈਕਰੋਸਪੋਰੈਂਜੀਆ ਦੇ ਅੰਦਰ ਹੁੰਦਾ ਆ ਤੇ ਸਮ ਡਿਵੈਲਪਮੈਂਟ ਜਿਹੜਾ ਆ ਉਹ ਇਨਸਾਈਡ ਦਾ ਓਵਿਊਲ ਹੁੰਦਾ ਆ। ਤਾਂ ਪਾਰਟਲੀ ਇਨਸਾਈਡ ਦਾ ਮਾਈਕਰੋਸਪੋਰੈਂਜੀਅਮ ਐਂਡ ਪਾਰਟਲੀ ਇਨਸਾਈਡ ਦਾ ਓਵਿਊਲ ਇਹ ਮੇਲ ਗੈਮੀਟੋਫਾਈਟ ਦਾ ਡਿਵੈਲਪਮੈਂਟ ਹੁੰਦਾ ਹੈ। ਅੱਗੇ ਅਸੀਂ ਡਾਇਗਰਾਮ 'ਚ ਦੇਖਾਂਗੇ पर कुछ स्टैप इत्थे पढ़ते हैं। डेवलपमेंट ऑफ मेल गैमीटोफाइट बिफोर पॉलीनेशन कि पॉलीनेशन तो पहला की हुंदा आ। जिहड़ा माइक्रोस्पोर आ ओह इन सीटू जर्मीनेट हुंदा, आपां हुणे ही पढ़िया आ। इन सीटू दा मतलब हुंदा आ कि स्टिल एनक्लोज्ड इनसाइड द पोलन सैक। ਉਹ ਜਿਹੜਾ ਅਸੀਂ ਆਰਕੇ ਉੱਥੇ ਓਵਿਊਲ ਦਾ ਸਟਰਕਚਰ ਦੇਖਿਆ ਸੀ, ਨਿਊਸਲਸ ਵਗੈਰਾ ਹੁੰਦਾ, ਤਾਂ ਇੱਥੇ ਪੋਲਨ ਚੈਂਬਰ ਆਪਾਂ ਦੇਖਿਆ ਸੀਗਾ ਨਿਊਸਲਸ ਤੋਂ ਉੱਪਰ। ਇਸ ਪੋਲਨ ਚੈਂਬਰ ਦੇ ਅੰਦਰ ਜਾਂ ਪੋਲਨ ਸੈਕ ਦੇ ਅੰਦਰ ਡਿਵੈਲਪ ਹੁੰਦਾ ਆ ਮਾਈਕਰੋਸਪੋਰ। ਹੁਣ ਫਸਟ ਆਫ ਆਲ ਕੀ ਹੁੰਦਾ ਆ, ਮਾਈਕਰੋਸਪੋਰ ਦੇ ਅੰਦਰ ਸੈਂਟਰ ਦੇ ਵਿੱਚ ਇੱਕ ਵੈਕਿਊਲ ਅਪੀਅਰ ਹੁੰਦਾ ਆ, ਠੀਕ ਹੈ, विच पुशेस द न्यूक्लियस टू वन साइड। ਆਪਾਂ ਕੀ ਪੜ੍ਹਿਆ ਸੀਗਾ ਕਿ ਜਿਹੜਾ ਮਾਈਕਰੋਸਪੋਰ ਆ ਉਹਦੇ ਸੈਂਟਰ ਦੇ ਵਿੱਚ ਨਿਊਕਲੀਅਸ ਹੁੰਦਾ ਆ। ਜਦੋਂ ਹੁਣ ਇਹਦੇ ਵਿੱਚ ਸੈਂਟਰ ਦੇ ਵਿੱਚ ਵੈਕਿਊਲ ਡਿਵੈਲਪ ਹੋ ਜਾਣਾ ਆ ਤਾਂ ਆਹ ਜਿਹੜਾ ਨਿਊਕਲੀਅਸ ਆ ਇਹ ਨਿਊਕਲੀਅਸ ਪੁਸ਼ ਹੋ ਜਾਣਾ ਆ ਜਾਂ ਸ਼ਿਫਟ ਹੋ ਜਾਣਾ ਟੂਵਰਡਸ ਦਾ ਪੈਰੀਫਰੀ। ਪਹਿਲਾ ਸਟੈਪ ਇਹੀ ਆ ਕਿ ਸੈਂਟਰ ਦੇ ਵਿੱਚ ਵੈਕਿਊਲ ਡਿਵੈਲਪ ਹੋਣਾ ਆ ਅਤੇ ਜਿਸ ਵੈਕਿਊਲ ਨੇ ਨਿਊਕਲੀਅਸ ਨੂੰ ਇੱਕ ਸਾਈਡ 'ਤੇ ਪੈਰੀਫਰੀ ਵੱਲ ਪੁਸ਼ ਕਰ ਦੇਣਾ ਆ। ਹੁਣ ਮਾਈਕਰੋਸਪੋਰ ਜਿਹੜਾ ਆ ਉਹਨੇ ਡਿਵਾਈਡ ਹੋਣਾ ਸ਼ੁਰੂ ਹੋਣਾ ਆ ਜਦੋਂ ਇਹ 3 ਵੀਕਸ ਓਲਡ ਹੁੰਦਾ ਆ। ਮਤਲਬ ਮਾਈਕਰੋਸਪੋਰ ਜਦੋਂ 3 ਕੁ ਵੀਕਸ ਦਾ ਹੋ ਜਾਂਦਾ ਆ ਤਾਂ ਉਸ ਵੇਲੇ ਜਰਮੀਨੇਸ਼ਨ ਜਾਂ ਡਿਵੀਜ਼ਨ ਉਹ 'ਚ ਸਟਾਰਟ ਹੁੰਦੀ ਆ। ਪ੍ਰਾਇਰ ਟੂ ਜਰਮੀਨੇਸ਼ਨ ਮਤਲਬ ਬਿਫੋਰ ਜਰਮੀਨੇਸ਼ਨ ਇਹ ਵੈਕਿਊਲ ਜਿਹੜਾ ਡਿਸਅਪੀਅਰ ਹੋ ਜਾਂਦਾ ਆ, ਖਤਮ ਹੋ ਜਾਂਦਾ ਆ। ਤਾਂ ਨਿਊਕਲੀਅਸ ਜਿਹੜਾ ਆ ਉਹਦੇ ਵਿੱਚ ਵੀ ਡਿਵੀਜ਼ਨ ਹੋਣੀ ਆ, ਮਾਈਟੋਟਿਕ ਡਿਵੀਜ਼ਨ ਹੋਣੀ ਆ ਅਤੇ ਇਸ ਇੱਕ ਨਿਊਕਲੀਅਸ ਨੇ 2 ਡਾਟਰ ਨਿਊਕਲੀਆਈ ਦੇ ਵਿੱਚ ਡਿਵਾਈਡ ਹੋ ਜਾਣਾ ਆ, ਠੀਕ ਹੈ। ਹੁਣ ਸੈੱਲ ਵਾਲ ਜਿਹੜੀ ਆ ਉਹ ਦੋਨੋਂ ਡਾਟਰ ਨਿਊਕਲੀਆਈ ਦੇ ਵਿਚਕਾਰ ਬਣ ਜਾਣੀ ਆ। ਆਹ ਸਪੋਜ਼ ਸੈੱਲ ਵਾਲ ਬਣ ਗਈ 2 ਡਾਟਰ ਨਿਊਕਲੀਆਈ ਦੇ ਵਿੱਚ
ਤੇ ਦੋ ਤਰ੍ਹਾਂ ਦੇ ਸੈੱਲਸ ਬਣ ਜਾਣੇ ਆ। ਛੋਟਾ ਸੈੱਲ ਜਿਹੜਾ ਹੋਣਾ ਆ ਲੈਂਟੀਕੂਲਰ ਲੈਂਸ ਸ਼ੇਪ ਦਾ, ਉਹਨੂੰ ਅਸੀਂ ਕਹਿਣਾ ਆ ਪ੍ਰੋਥੈਲੀਅਲ ਸੈੱਲ। ਉਹ ਬਣਨਾ ਆ ਟੂਵਰਡਸ ਦਾ ਪ੍ਰੋਕਸੀਮਲ, ਮਤਲਬ ਥੱਲੇ ਵਾਲੇ ਪਾਸੇ। ਤੇ ਜਿਹੜਾ ਲਾਰਜਰ ਆ ਉਹ ਬਣ ਜਾਣਾ ਆ ਐਂਥਰੀਡੀਅਲ ਸੈੱਲ। ਮਤਲਬ ਆਹ ਨਿਊਕਲੀਅਰ ਡਿਵੀਜ਼ਨ ਹੋਇਆ, ਦੋ ਨਿਊਕਲੀਆਈ ਬਣੇ, ਸੈੱਲ ਵਾਲ ਬਣੀ, ਤਾਂ ਥੱਲੇ ਵਾਲੇ ਪਾਸੇ ਪ੍ਰੋਥੈਲੀਅਲ ਸੈੱਲ ਬਣ ਗਿਆ ਵੱਡਾ, ਉੱਪਰਲੇ ਪਾਸੇ ਐਂਥਰੀਡੀਅਲ ਸੈੱਲ ਬਣ ਗਿਆ। ਹੁਣ ਪ੍ਰੋਥੀਲੀਅਲ ਸੈੱਲ ਜਿਹੜਾ ਆ ਉਹ ਪਰਸਿਸਟੈਂਟ ਹੁੰਦਾ ਆ, ਮਤਲਬ ਲੰਬੇ ਸਮੇਂ ਤੱਕ ਰਹਿੰਦਾ ਆ। ਵਨ ਸੈਲਡ ਵੈਜੀਟੇਟਿਵ ਬਾਡੀ ਹੀ ਗੈਮੀਟੋਫਾਈਟ ਦੀ ਇਹ ਰਹਿੰਦਾ ਆ, ਸਿੰਗਲ ਸੈਲਡ ਰਹਿੰਦਾ ਆ। ਫਰਦਰ ਇਹ ਨਹੀਂ ਡਿਵਾਈਡ ਹੁੰਦਾ ਹੈਗਾ ਤੇ ਰਿਮੇਨਸ ਕੰਪਲੀਟਲੀ ਡਿਪੈਂਡੈਂਟ। ਤਾਂ ਓਬਵੀਅਸ ਹੈ ਕਿ ਇਹ ਡਿਪੈਂਡੈਂਟ ਰਹਿੰਦਾ ਆ ਔਨ ਦੂਸਰੇ 'ਤੇ। ਫਿਰ ਜਿਹੜਾ ਵੱਡਾ ਐਂਥਰੀਡੀਅਲ ਸੈੱਲ ਆ ਜਿਹੜਾ ਉੱਪਰ ਬਣਿਆ ਸੀਗਾ, ਉਹਨੇ ਫਿਰ ਤੀ ਟਰਾਂਸਵਰਸ ਡਿਵੀਜ਼ਨ ਦੇ ਦੁਆਰਾ ਡਿਵਾਈਡ ਕਰਨਾ ਆ, ਫਾਰਮਿੰਗ ਸਮਾਲ ਜਨਰੇਟਿਵ ਸੈੱਲ ਤੇ ਲਾਰਜਰ ਟਿਊਬ ਸੈੱਲ। ਜਨਰੇਟਿਵ ਸੈੱਲ ਦੇ ਵਿੱਚ ਛੋਟਾ ਜਿਹਾ ਨਿਊਕਲੀਅਸ ਹੋਏਗਾ ਜਿਹੜਾ ਕਲੋਜ਼ ਕੰਟੈਕਟ ਵਿਦ ਦਾ ਪ੍ਰੋਥੈਲੀਅਲ ਸੈੱਲ। ਪ੍ਰੋਥੈਲੀਅਲ ਸੈੱਲ ਨੂੰ ਵੱਲ ਨੂੰ ਬਣਨਾ ਆ ਜਨਰੇਟਿਵ ਸੈੱਲ, ਤੇ ਉਹਦੇ ਵਿੱਚ ਇੱਕ ਛੋਟਾ ਜਿਹਾ ਨਿਊਕਲੀਅਸ ਹੋਏਗਾ। ਤਾਂ ਇੱਥੇ ਆਪਾਂ ਪਹਿਲਾਂ ਡਾਇਗਰਾਮ 'ਚ ਦੇਖ ਲੈਂਦੇ ਹਾਂ ਕਿ ਆਹ ਮਾਈਕਰੋਸਪੋਰ ਆ। ਇਸ ਮਾਈਕਰੋਸਪੋਰ ਦੀ ਦੋ ਵਾਲਸ ਹੁੰਦੀਆਂ, ਆਊਟਰ ਐਂਡ ਇਨਰ। ਆਊਟਰ ਐਗਜ਼ਾਈਨ, ਇਨਰ ਇੰਟਾਈਨ। ਸੈਂਟਰ ਦੇ ਵਿੱਚ ਨਿਊਕਲੀਅਸ ਹੁੰਦਾ ਆ, ਸਟਾਰਚ ਗ੍ਰੇਨਸ ਹੁੰਦੇ ਆ। ਜਦੋਂ ਮੈਚਿਓਰ ਹੋ ਜਾਂਦਾ ਸਟਾਰਚ ਗ੍ਰੇਨਸ ਜਿਹੜੇ ਆ ਡਿਸਅਪੀਅਰ ਹੋ ਜਾਂਦੇ ਆ। ਫਿਰ ਇਸ ਮਾਈਕਰੋਸਪੋਰ ਦੇ ਵਿੱਚ ਇੱਕ ਲੌਂਗੀਚਿਊਡਨਲ ਸਲਿੱਟ ਹੁੰਦੀ ਆ, ਦੇਖੋ ਲੌਂਗੀਚਿਊਡਨਲ ਸਲਿੱਟ ਬਣੀ ਹੋਈ ਆ, ਤੇ ਇਹ ਸਲਿੱਟ ਦੇ ਕਾਰਨ ਇਹ ਬੋਟ ਸ਼ੇਪਡ ਦਿਖਦਾ ਆ ਮਾਈਕਰੋਸਪੋਰ। ਫਿਰ ਅਸੀਂ ਹੁਣ ਇਹਦੀ ਡਿਵੀਜ਼ਨ ਦੀ ਗੱਲ ਕਰੀਏ ਤਾਂ ਸੈਂਟਰ ਦੇ ਵਿੱਚ ਇੱਕ ਵੈਕਿਊਲ ਡਿਵੈਲਪ ਹੁੰਦਾ ਆ, ਜਿਹਦੇ ਨਾਲ ਇਹ ਨਿਊਕਲੀਅਸ ਜਿਹੜਾ ਆ ਪੈਰੀਫਰੀ ਵੱਲ ਨੂੰ ਜਾਂ ਵਨ ਸਾਈਡ ਨੂੰ ਧੱਕ ਜਾਂਦਾ ਹੈ। ਹੌਲੀ ਹੌਲੀ ਚਲੋ ਵੈਕਿਊਲ ਵੀ ਡਿਸਅਪੀਅਰ ਹੋ ਜਾਂਦਾ ਆ। ਮਾਈਟੋਟਿਕ ਡਿਵੀਜ਼ਨ ਦੇ ਨਾਲ ਇੱਕ ਨਿਊਕਲੀਅਸ ਜਿਹੜਾ ਦੋ ਨਿਊਕਲੀਆਈ ਦੇ ਵਿੱਚ ਡਿਵਾਈਡ ਹੋ ਜਾਂਦਾ ਆ। ਦੋਨਾਂ ਦੇ ਵਿੱਚ ਇੱਕ ਵਾਲ ਫਾਰਮੇਸ਼ਨ ਹੁੰਦਾ ਆ, ਤਾਂ ਦੋ ਸੈੱਲਸ ਬਣਦੇ ਆ, ਥੱਲੇ ਨੂੰ ਛੋਟਾ ਉੱਪਰ ਵੱਡਾ। ਵੱਡੇ ਨੂੰ ਕਹਿੰਦੇ ਐਂਥਰੀਡੀਅਲ ਸੈੱਲ ਤੇ ਛੋਟੇ ਨੂੰ ਕਹਿੰਦੇ ਆ ਪ੍ਰੋਥੈਲੀਅਲ ਸੈੱਲ। ਹੁਣ ਪ੍ਰੋਥੈਲੀਅਲ ਸੈੱਲ ਜਿਹੜਾ ਆ ਉਹ ਪਰਸਿਸਟੈਂਟ ਰਹਿੰਦਾ ਆ, ਪਰ ਜਿਹੜਾ ਐਂਥਰੀਡੀਅਲ ਸੈੱਲ ਆ ਉੱਪਰ ਵਾਲਾ ਜਿਹੜਾ ਸੈੱਲ ਆ ਉਹ ਫਿਰ ਦੀ ਟਰਾਂਸਵਰਸ ਡਿਵੀਜ਼ਨ ਨਾਲ ਡਿਵਾਈਡ ਕਰਦਾ ਆ, ਤੇ ਦੋ ਪਾਰਟਸ 'ਚ ਉਹਨੇ ਡਿਵਾਈਡ ਕਰਨਾ ਜਾਂ ਦੋ ਸੈੱਲਸ 'ਚ ਡਿਵਾਈਡ ਕਰਨਾ ਆ। ਥੱਲੇ ਪ੍ਰੋਥੈਲੀਅਲ ਸੈੱਲ ਵੱਲ ਨੂੰ ਛੋਟਾ ਜਨਰੇਟਿਵ ਸੈੱਲ ਬਣਨਾ ਆ, ਤੇ ਵੱਡਾ ਜਿਹੜਾ ਆ ਉਹ ਟਿਊਬ ਸੈੱਲ ਬਣਨਾ ਆ। ਹੁਣ ਜਨਰੇਟਿਵ ਸੈੱਲ ਜਿਹੜਾ ਆ ਉਹਦੇ ਵਿੱਚ ਵੀ ਛੋਟਾ ਜਿਹਾ ਨਿਊਕਲੀਅਸ ਹੁੰਦਾ ਆ, ਠੀਕ ਹੈ। ਤੇ ਜਿਹੜਾ ਹੁਣ ਟਿਊਬ ਸੈੱਲ ਦੀ ਗੱਲ ਕਰੀਏ, ਉੱਪਰ ਜਿਹੜਾ ਟਿਊਬ ਸੈੱਲ ਬਣਨਾ ਆ, ਆਹ ਦੇਖੋ ਆਹ ਵਾਲਾ ਵੱਡਾ ਜਿਹੜਾ ਆ ਇਹ ਟਿਊਬ ਸੈੱਲ ਆ, ਤੇ ਆਹ ਛੋਟਾ ਜਿਹੜਾ ਜਨਰੇਟਿਵ ਸੈੱਲ ਆ। ਹੁਣ ਟਿਊਬ ਸੈੱਲ ਜਿਹੜਾ ਹੁੰਦਾ ਆ ਉਹਦੇ ਵਿੱਚ ਨਿਊਕਲੀਅਸ ਵੱਡਾ ਹੁੰਦਾ ਆ, ਉਹ ਜ਼ਿਆਦਾ ਉਹ ਵੀ ਵੱਡਾ ਹੁੰਦਾ, ਲਾਰਜਰ ਏਰੀਆ ਕਵਰ ਕਰਕੇ ਰੱਖਦਾ ਆ, ਤੇ ਇਹਨੂੰ 1 ਵੀਕ ਲੱਗਦਾ ਆ ਟੂ ਫਾਰਮ ਵਾਲ ਬਿਟਵੀਨ ਟਿਊਬ ਸੈੱਲ ਐਂਡ ਦਾ ਜਨਰੇਟਿਵ ਸੈੱਲ। ਇਹਨੂੰ ਨਹੀਂ, ਇਹਦੇ ਵਿੱਚ ਵਾਲ ਦੋਨੋਂ ਸੈੱਲਸ ਦੇ ਵਿੱਚ ਵਾਲ ਬਣਨ ਲਈ ਘੱਟੋ ਘੱਟ 1 ਵੀਕ ਲੱਗ ਜਾਂਦਾ ਆ। ਤਾਂ ਹੁਣ ਜਿਹੜੇ 3 ਸੈੱਲ ਸਟੇਜ ਹੋਈ ਹੈ ਨਾ, ਮਾਈਕਰੋਸਪੋਰ ਦੀ 3 ਸੈੱਲ ਸਟੇਜ ਹੋਈ, ਉਸ ਵੇਲੇ ਇਹ ਸ਼ੈਡ ਹੋ ਜਾਂਦਾ ਆ, ਡਿੱਗ ਜਾਂਦਾ ਆ, ਝੜ ਜਾਂਦਾ ਆ ਫਰੋਮ ਮਾਈਕਰੋਸਪੋਰੈਂਜੀਆ ਆਫ ਮੇਲ ਕੋਨਸ, ਤੇ ਫਿਰ ਇਹਦਾ ਪੋਲੀਨੇਸ਼ਨ ਹੁੰਦਾ ਆ, ਠੀਕ ਹੈ। ਆਹ 3 ਸੈੱਲ ਸਟੇਜ ਕਿਹੜੀ ਹੋਈ, ਪ੍ਰੋਥੈਲੀਅਲ ਸੈੱਲ ਤਾਂ ਐਂ ਹੀ ਰਹਿਣਾ ਆ, ਇਹ ਪਰਸਿਸਟੈਂਟ ਰਹਿੰਦਾ, ਮਤਲਬ ਲੰਬੇ ਸਮੇਂ ਲਈ ਰਹਿੰਦਾ ਆ। ਤੇ ਐਂਥਰੀਡੀਅਲ ਸੈੱਲ ਜਿਹੜਾ ਆ ਇਹ ਦੋ ਭਾਗਾਂ 'ਚ, ਦੋ ਸੈੱਲਸ 'ਚ ਡਿਵਾਈਡ ਹੁੰਦਾ ਹੈ। ਛੋਟਾ ਜਿਹੜਾ ਜਨਰੇਟਿਵ ਸੈੱਲ ਉਹ ਪ੍ਰੋਥੈਲੀਅਲ ਸੈੱਲ ਨਾਲ ਜੁੜਿਆ ਹੁੰਦਾ ਆ, ਇਹਦੇ ਵਿੱਚ ਨਿਊਕਲੀਅਸ ਛੋਟਾ ਹੁੰਦਾ ਆ। ਵੱਡਾ ਟਿਊਬ ਸੈੱਲ ਹੁੰਦਾ ਆ, ਇਹ ਉੱਪਰ ਨੂੰ ਹੁੰਦਾ ਆ, ਇਹਨੇ ਜ਼ਿਆਦਾ ਏਰੀਆ ਕਵਰ ਕੀਤਾ ਹੁੰਦਾ, ਵੱਡਾ ਹੁੰਦਾ, ਤੇ ਇਹਦਾ ਨਿਊਕਲੀਅਸ ਵੀ ਵੱਡਾ ਹੁੰਦਾ ਹੈ।
ਤਾਂ 3 ਇਸ ਸਟੇਜ 'ਤੇ ਜਾ ਕੇ ਇਹ ਮਾਈਕਰੋਸਪੋਰ ਜਿਹੜਾ ਆ ਮਾਈਕਰੋਸਪੋਰੈਂਜੀਆ ਤੋਂ ਝੜ ਜਾਂਦਾ ਆ। ਤਾਂ ਹੀ ਆਪਾਂ ਕਹਿੰਦੇ ਆ ਕਿ ਪਾਰਟਲੀ ਇਨਸਾਈਡ ਦਾ ਮਾਈਕਰੋਸਪੋਰੈਂਜੀਅਮ ਐਂਡ ਪਾਰਟਲੀ ਇਨਸਾਈਡ ਦਾ ਓਵਿਊਲ। ਫਿਰ ਪੋਲੀਨੇਸ਼ਨ ਦੀ ਜੇ ਅਸੀਂ ਗੱਲ ਕਰੀਏ ਤਾਂ ਸਾਈਕਸ ਹਮੇਸ਼ਾ ਕ੍ਰੋਸ ਪੋਲੀਨੇਟਡ ਹੁੰਦਾ ਆ। ਕਿਉਂਕਿ ਅਕਰੈਂਸ ਆਫ ਮੇਲ ਕੋਨ ਜਿਹੜੀ ਮੇਲ ਪਲਾਂਟਸ ਤੇ ਮੈਗਾਸਪੋਰੋਫਿਲਸ ਇਨ ਫੀਮੇਲ ਪਲਾਂਟਸ ਦੋਨੋਂ ਅਲੱਗ-ਅਲੱਗ ਆ ਡਾਇਓਸ਼ੀਅਸ ਪਲਾਂਟਸ। ਤਾਂ ਰਾਈਪਨ ਮੇਲ ਕੋਨ ਜਿਹੜਾ ਆ ਉਹਦਾ ਸਾਈਜ਼ ਲੰਬਾ ਹੁੰਦਾ, ਉਹ ਇਲੋਂਗੇਟ ਕਰਦਾ ਅਲੋਂਗ ਇਟਸ ਐਕਸਿਸ ਸੋ ਦੈਟ ਮਾਈਕਰੋਸਪੋਰੋਫਿਲਸ ਗੈਟ ਸੈਪਰੇਟਡ। ਤਾਂ ਆਪਾਂ ਜੇ ਤੁਹਾਨੂੰ ਯਾਦ ਹੋਵੇ ਇਸ ਤਰ੍ਹਾਂ ਦਾ ਸਟਰਕਚਰ ਬਣਾਇਆ ਸੀ, ਲੀਫ ਲਾਈਕ ਸਟਰਕਚਰਸ ਇਸ ਤਰ੍ਹਾਂ ਦੇ ਬਣਾਏ ਸੀਗੇ, ਸੈਂਟਰਲ ਐਕਸਿਸ ਦੇ ਵਿੱਚ ਮਾਈਕਰੋਸਪੋਰਸ ਲੱਗੇ ਹੁੰਦੇ ਆ। ਤਾਂ ਇਹ ਲੰਬਾ ਸਟਰਕਚਰ ਇਲੋਂਗੇਟਡ ਸਟਰਕਚਰ ਹੁੰਦਾ ਆ ਮਾਈਕਰੋਸਪੋਰੋਫਿਲਸ। ਅਤੇ ਜਦੋਂ ਇਹ ਖੁੱਲ੍ਹਦੇ ਆ ਮਾਈਕਰੋਸਪੋਰੈਂਜੀਆ ਜਿਹੜੇ ਅਬੈਕਸ਼ੀਅਲ ਸਰਫੇਸ 'ਤੇ ਜੁੜੇ ਹੁੰਦੇ ਆ ਮਾਈਕਰੋਸਪੋਰੋਫਿਲ ਦੇ ਲੂਜ਼ ਵਾਟਰ ਐਂਡ ਰਪਚਰ ਅਲੋਂਗ ਦਾ ਲਾਈਨ ਆਫ ਡਾਇਸੈਂਸ। ਆਪਾਂ ਸੈਂਟਰ ਦੇ ਵਿੱਚ ਇਹਨਾਂ ਦੇ ਇੱਕ ਲਾਈਨ ਦੇਖੀ ਸੀਗੀ, ਉਹ ਲਾਈਨ ਆਫ ਡਾਇਸੈਂਸ ਸੀ ਜਿੱਤੋਂ ਇਹ ਟੁੱਟਦੇ ਆ। ਹੁਣ ਮਾਈਕਰੋਸਪੋਰਸ ਜਿਹੜੇ 3 ਸੈੱਲ ਸਟੇਜ 'ਤੇ ਹੁੰਦੇ ਆ ਉਹ ਉਸ ਸਲਿੱਟ ਤੋਂ ਟੁੱਟ ਜਾਂਦੇ ਆ। ਆਪਾਂ ਉੱਪਰ ਵੀ ਦੇਖਿਆ ਸੀ ਕਿ ਆਹ ਮਾਈਕਰੋਸਪੋਰ ਹੈ, ਇਹਦੇ ਵਿੱਚ ਆਹ ਇਸ ਤਰ੍ਹਾਂ ਦੀ ਸਲਿੱਟ ਹੁੰਦੀ ਆ, ਸਲਿੱਟ ਕਿਤੋਂ ਵੀ ਫਟ ਜਾਂਦੀ ਆ ਅਤੇ ਇਹ ਟੁੱਟ ਜਾਂਦੇ ਆ ਔਰ ਸ਼ੈਡ ਹੋ ਜਾਂਦੇ ਆ ਹਵਾ ਦੇ ਨਾਲ, ਇਹ ਬਾਈ ਵਿੰਡ ਇਹ ਬਲੋ ਕਰ ਜਾਂਦੇ ਆ ਟੂ ਸਮ ਪਲੇਸਿਸ। ਹੁਣ ਪੋਲਨ ਗ੍ਰੇਨਸ ਆਫ ਸਾਈਕਸ ਜਿਹੜੇ ਆ ਉਹ ਲਾਈਟ ਵੇਟਡ ਹੁੰਦੇ ਆ, ਹਲਕੇ ਹੁੰਦੇ ਆ, ਤਾਂ ਲੌਂਗ ਡਿਸਟੈਂਸ ਤੱਕ ਈਜ਼ੀਲੀ ਇਹ ਹਵਾ ਨਾਲ ਬਹਿ ਜਾਂਦੇ ਆ ਜਾਂ ਬਲੋ ਕਰ ਜਾਂਦੇ ਆ। ਤਾਂ ਕਰਕੇ ਪੋਲੀਨੇਸ਼ਨ ਇਹਦੇ ਵਿੱਚ ਐਨੀਮੋਫਿਲਸ ਹੁੰਦਾ ਆ। ਐਨੀਮੋਫਿਲਸ ਮੀਨਸ ਵਿੰਡ ਪੋਲੀਨੇਸ਼ਨ। ਔਰ ਇਹਦੇ ਵਿੱਚ ਹੁਣ ਯਾਦ ਰੱਖਣ ਵਾਲੀ ਗੱਲ ਆ ਕਿ ਰਿਪੋਰਟਸ ਦੱਸਦੀਆਂ ਆ ਕਿ ਪੋਲਨ ਗ੍ਰੇਨ ਸਾਈਕਸ ਦੇ ਜਿਹੜੇ ਇਹ ਜ਼ਿਆਦਾਤਰ ਮੰਥਸ ਆਫ ਅਪ੍ਰੈਲ ਦੇ ਵਿੱਚ ਇਹ ਬਾਹਰ ਨਿਕਲਦੇ ਆ ਜਾਂ ਬਲੋ ਕਰਦੇ ਆ। ਡੀ ਸਿਲਵਾ ਅਤੇ ਤਾਂਬੀਆ ਨੇ 1952 ਦੇ ਵਿੱਚ ਦੱਸਿਆ ਸੀ, ਲੇਕਿਨ ਪਿਲਗਰ ਨੇ 1926 ਦੇ ਵਿੱਚ ਰਿਪੋਰਟ ਕੀਤਾ ਸੀ ਦੇ ਆਰ ਰਿਲੀਜ਼ਡ ਇਨ ਬਿਟਵੀਨ ਜੂਨ ਟੂ ਜੁਲਾਈ। ਤਾਂ ਅਪ੍ਰੈਲ ਤੋਂ ਜੁਲਾਈ ਅਸੀਂ ਮੰਨ ਸਕਦੇ ਹਾਂ ਇਹਨਾਂ ਦਾ ਸ਼ਵੈਡਿੰਗ ਪੀਰੀਅਡ ਹੈਗਾ ਆ। ਹੁਣ ਜਦੋਂ ਪੋਲੀਨੇਸ਼ਨ ਹੁੰਦਾ ਆ ਤਾਂ ਜਿਹੜਾ ਮੈਚਿਓਰ ਓਵਿਊਲ ਆ ਉਹਦੇ ਵਿੱਚੋਂ ਇੱਕ ਮਿਊਸੇਲੇਜੀਨਸ ਲਿਕੁਇਡ ਡ੍ਰੌਪ ਨਿਕਲਦੀ ਆ ਮਾਈਕਰੋਪਾਈਲ ਦੇ ਥਰੂ। ਤਾਂ ਇਹ ਜਿਹੜਾ ਵਿਸਕਸ ਫਲੂਇਡ ਆ ਫਾਰਮ ਬਾਈ ਡਿਸਇੰਟੀਗ੍ਰੇਸ਼ਨ ਆਫ ਸਮ ਆਫ ਸੈਲਸ ਆਫ ਪੋਲਨ ਚੈਂਬਰ ਔਰ ਸਮ ਅਦਰ ਸੈਲਸ ਆਫ ਨਿਊਸੇਲਸ। ਤਾਂ ਜਿਹੜੇ ਪੋਲਨ ਗ੍ਰੇਨਸ ਹਵਾ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਉਹ ਉਸ ਲਿਕੁਇਡ ਡ੍ਰੌਪ ਦੇ ਵਿੱਚ ਆ ਕੇ ਫਸ ਜਾਂਦੇ ਆ ਜਾਂ ਚਿਪਕ ਜਾਂਦੇ ਆ। ਹੌਲੀ ਹੌਲੀ ਲਿਕੁਇਡ ਜਿਹੜਾ ਆ ਉਹ ਸੁੱਕ ਜਾਂਦਾ ਆ। ਪੋਲਨ ਗ੍ਰੇਨਸ ਜਿਹੜੇ ਆ ਉਹ ਪੋਲਨ ਚੈਂਬਰ ਦੇ ਅੰਦਰ ਤੱਕ ਹੋ ਜਾਂਦੇ ਆ ਜਾਂ ਖਿਸਕ ਜਾਂਦੇ ਆ। ਅਤੇ ਜਿਹੜੀ ਓਪਨਿੰਗ ਹੁੰਦੀ ਆ ਓਵਿਊਲ ਦੀ ਉਹ ਬੰਦ ਹੋ ਜਾਂਦੀ ਆ। ਪੋਲਨ ਗ੍ਰੇਨਸ ਜਿਹੜੇ ਹੁਣ ਲਾਏ ਕਰਦੇ ਆ ਇਨਸਾਈਡ ਦਾ ਪੋਲਨ ਚੈਂਬਰ ਫੋਰ ਅਬਾਊਟ 4 months ਬਿਫੋਰ ਜਰਮੀਨੇਸ਼ਨ। ਮਤਲਬ ਉਹ ਕਹਿ ਲਓ ਕਿ ਮਰਦੇ ਨਹੀਂ ਹੈਗੇ, ਵਾਇਬਲ ਕੰਡੀਸ਼ਨ ਦੇ ਵਿੱਚ 4 months ਤੱਕ ਰਹਿੰਦੇ ਆ ਪੋਲਨ ਚੈਂਬਰ ਦੇ ਅੰਦਰ ਬਿਫੋਰ ਜਰਮੀਨੇਸ਼ਨ। ਇਹ ਚੀਜ਼ ਜਿਹੜੀ ਆ ਤੁਹਾਨੂੰ ਧਿਆਨ ਰੱਖਣ ਵਾਲੀ ਗੱਲ ਆ। ਹੁਣ ਅਸੀਂ ਦੇਖੋ ਮਾਈਕਰੋਸਪੋਰ ਵੀ ਬਣ ਗਿਆ, ਮਾਈਕਰੋਸਪੋਰ ਝੜ ਵੀ ਗਿਆ, ਪੋਲੀਨੇਸ਼ਨ ਵੀ ਹੋ ਗਿਆ। ਪੋਲਨ ਗ੍ਰੇਨਸ ਜਿਹੜੇ ਆ ਉਹ ਕਹਿ ਲਓ ਕਿ ਪਹੁੰਚ ਗਏ ਕਿਹਦੇ ਅੰਦਰ ਪਹੁੰਚ ਗਏ, ਪੋਲਨ ਚੈਂਬਰ ਦੇ ਅੰਦਰ। ਫਿਰ ਹੁਣ ਆਇਆ ਡਿਵੈਲਪਮੈਂਟ ਆਫ ਮੇਲ ਗੈਮੀਟੋਫਾਈਟ ਆਫਟਰ ਪੋਲੀਨੇਸ਼ਨ। ਹੁਣ ਕਿੱਦਾਂ ਮੇਲ ਗੈਮੀਟੋਫਾਈਟ ਦਾ ਡਿਵੈਲਪਮੈਂਟ ਹੋਏਗਾ? Pollen grains remain inert inside the pollen chamber
ऑफ ओव्यूल। पॉलन चैंबर थानू याद होना है कि आपां ओव्यूल का स्ट्रक्चर बनाया, तो इत्थे छोटा जिहा पॉलन चैंबर बनाया सीगा न्यूसिलस तो उपर, है ना। तो ये जिहड़ा आफ्टर दैट 4 महीनों तो बाद फिर ती इन्हां दा जर्मीनेशन स्टार्ट हुंदा आ। पॉलन ग्रेन्स बहुत सारे वाटर एब्जॉर्ब कर लैंदा आ, फुल जांदा आ, और इहदे विच एक कह लो कि प्रोजैक्शन निकलदी आ, इलोंगेट करदा आ ये ट्यूब सैल दे विच, ताकि सो दैट द इंटाइन ग्रोज आउट ऑफ एक्साइन ते फॉर्म आ पोलन ट्यूब। हुण आपां इत्थे आपां देखे सी एक्साइन और इंटाइन, तां की होना आ इंटाइन जिहड़ी अंदर वाली मैंब्रेन आ इंटाइन, इहने बाहर नूं वधना आ, प्रोजैक्ट करना आ, इलोंगेट करना आ टू फॉर्म अ ट्यूब लाइक स्ट्रक्चर। दिस ट्यूब लाइक स्ट्रक्चर इज कॉल्ड एज पोलन ट्यूब। तो ऑबवियस है कि जिहड़ा न्यूक्लियस आ वो भी इहदा जिहड़ा ट्यूब सैल दे विच आ, जिहड़ा इत्थे न्यूक्लियस सीगा ये कित्थे मूव कर जाना आ टू पोलन ट्यूब। ठीक है, ट्यूब सैल दा न्यूक्लियस वो माइग्रेट कर जाना आ टू द पोलन ट्यूब, क्योंकि आपां इहदा ही इत्थे ही आपां जर्मीनेशन इहदा स्टार्ट कर रहे हैं। आ इत्थे इहने ट्यूब निकली, यह न्यूक्लियस जिहड़ा आ इत्थे मूव कर गया पोलन ट्यूब दे विच। फिर आ देखो डायग्राम दे विच क्लीयर दिख रहा आ, ट्यूब सैल आ, प्रोथैलियल जनरेटिव सैल आ हौली हौली ओवल बनया, है ना। फिर आह ट्यूब लाइक स्ट्रक्चर, न्यूक्लियस सारे जिहड़े आ ओह नीचे जिहड़े मूव कर जाने आ। हुण स्ट्रक्चर इदां दा बन जाना पोलन ट्यूब, बॉडी सैल, स्टॉक सैल। ये थोड़ा जिहा जर्मीनेशन तो बाद वाला डायग्राम आ, आपां पहलां जर्मीनेशन पढ़दे हैं। हुण पोलन ट्यूब जिहड़ी आ लंबी हुंदी रहिंदी आ ते पैनीट्रेट स्लोली थ्रू द टिश्यूज़ ऑफ द न्यूसिलस। तो आपां क्योंकि ये आ देखो डायग्राम ये सीगा, इत्थे पोलन चैंबर सी, इत्थे हुण माइक्रोस्पोर दा जर्मीनेशन हो रहा आ। तो पोलन ट्यूब इस तरह आ वाली जिहड़ी ट्यूब आ ये ओव्यूल दे विच न्यूसिलस सैल्स नूं पंचर करदी हुई या उच्चों धसदी हुई अंदर मूव करेगी, तो पैनीट्रेट कर जाती है इनटू द टिश्यूज़ ऑफ द न्यूसिलस। फिर यह ब्रांचड हो जाती है, ग्रोथ ऑफ पोलन ट्यूब स्लो होंदी आ, इनू फ्यू मंथ्स लग जाते हैं टू पास थ्रू द न्यूसिलस। ऑबवियस है कि एकदम प्रोसैस नहीं होना, हुण हौली हौली इहदी ग्रोथ होनी आ, हौली हौली इहने आह ओव्यूल दे न्यूसिलस नूं पंचर करके धस के विच बनना आ। ठीक है, ते न्यूसिलस हुण जिहड़े जिद्दां जिद्दां इहने अंदर पंचर करी जाना आ, वड़ी जाना आ, जिहड़े नाल दे या उत्थे रास्ते च दे सैल आने आ, उन्हां सैल्स नूं इहने डाइजैसट करी जाना आ। ठीक है, एब्जॉर्ब करी जाना आ। The pollen tube of Cycas acts as an absorbing organ, hostorium as well as sperm carrier। हुण इन्हें sperm तो लैके ही जाने आ, श्योर आ, नाल नाल अपना भोजन इन्हें जिहड़े न्यूसिलस वगैरह दे सैल्स आ उन्हां नूं बनाई जाना आ, एनगल्फ करी जाना, खाई जाना। नाल दी नाल की होना आ साइमल्टेनियसली, मतलब ना ये भी बनी जाना आ, अंदर प्रैस होई जानी आ, न्यूसिलस तक चीरदी हुई अंदर चली जानी है। नाल दी नाल जिहड़ा जनरेटिव सैल आ उहने डिवाइड होना आ टू फॉर्म स्टॉक सैल एंड अ स्पर्मैटोजीनस बॉडी। हुण जनरेटिव सैल ने भी डिवाइड हो जाना आ, ते जनरेटिव सैल ने एक स्टॉक सैल फॉर्म कर लेना आ ते एक जनरेटिव बॉडी सैल या बॉडी सैल कह सकते, सॉरी स्पर्मैटोजीनस या बॉडी सैल। तो आ देखो आ जनरेटिव सैल सीगा प्रोथैलियल तो एस सच ही आ जनरेटिव सैल आ, इहने हुण दो सैल्स च डिवाइड करना आ, स्टॉक सैल ते बॉडी सैल।
ਹੁਣ ਜਿਹੜਾ ਸਟਾਕ ਸੈੱਲ ਆ ਉਹ ਕੰਟੈਕਟ 'ਚ ਰਹਿੰਦਾ ਆ ਪ੍ਰੋਥੈਲੀਅਲ ਸੈੱਲ ਦੇ, ਅਸੀਂ ਦੇਖ ਹੀ ਲਿਆ ਪ੍ਰੋਥੈਲੀਅਲ ਸੈੱਲ ਨਾਲ ਸਟਾਕ ਸੈੱਲ ਜੁੜਿਆ ਆ। ਐਂਡ ਡਜ਼ ਨਾਟ ਡਿਵਾਈਡ ਫਰਦਰ, ਇਹਨੇ ਨਹੀਂ ਡਿਵਾਈਡ ਕਰਨਾ, ਸਟਾਕ ਸੈੱਲ ਨੇ ਨਹੀਂ ਡਿਵਾਈਡ ਕਰਨਾ ਫਰਦਰ, ठीक है। और ये जड़ा आ मॉर्फोलॉजिकली कंसीडर्ड है स्टॉक ऑफ एंसैस्ट्रल एंथरीडियम, मतलब ये लिए एक मिथ बनया होया कि ਇਹਦਾ नहीं ਇਹ स्टॉक हुंदा, ਇਹ ਜਿਹੜੇ पूर्वज इन्हां दे हैगे आ या पड़दादे पड़दादे आ उन्हां दा ही ਇਹ एंथरीडियम जड़ा आ सॉरी मॉर्फोलॉजिकली ये एंसैस्ट्रल एंथरीडियम वर्गा इहदा स्ट्रक्चर मन्निया जांदा आ। ते बॉडी सैल नूं मनदे ऐसा बॉडी ऑफ एंथरीडियम, जिद्दां असीं पिछे एंथरीडियल सैल पढ़िया सीगा। प्रोथैलियल सैल जिहड़ा आ पैनीट्रेट्स द स्टॉक सैल, तां हुण इह जिहड़ा प्रोथैलियल सैल आ इहने वधना आ ते इहने इहदे अंदर हल्का जिहा धस जाना आ, पैनीट्रेट कर जाना इनटू द स्टॉक सैल, ठीक है। आ देखो डायग्राम दे विच भी आहा। फिर जिहड़ा हुण स्पर्मैटोजिनस बॉडी सैल आ उपर जिहड़ा स्पर्मैटोजिनस बॉडी सैल सीगा इहने इलोंगेट करना आ, साइज़ च वधना आ, इहने बना लेने आ दो ब्लैफेरोप्लास्ट राउंड द न्यूक्लियस, सेंटर च न्यूक्लियस है, इहदे आले दुआले दो सैल बना लेने आ, ਉਹ सैल नूं ब्लैफेरोप्लास्ट सैल्स कहंदे आ। हुण हर जिहड़ा ब्लैफेरोप्लास्ट आ ਇਹਦੇ ਵਿੱਚ फाइबर्स रेडिएटिंग आउट फ्रॉम इट्स सेंटर, मतलब ये फाइबरस हुंदा, थ्रैड लाइक इदां बैंड्स दा बनिया हुंदा धागियां दा, सेंटर चो ये धागे इदां इमर्ज हुंदे आ या निकलदे आ, बने हुंदे आ। Before fertilization, the body cell divides into two sperm mother cells। ਤਾਂ ਇਹ ਜਿਹੜਾ body cell ਅਸੀਂ ਦੇਖਿਆ ਸੀਗਾ ਇਹ ਆਹ ਵਾਲਾ ਜਿਹੜਾ body cell ਆ, ਆ body cell ਸੀਗਾ, ਆਹ body cell ਦੋ ब्लैफेरोप्लास्ट बन गए around the nucleus। ਹੁਣ ਇਹ बॉडी सैल ਜਿਹੜਾ ਆ ਦੋ ਸਪਰਮ ਮਦਰ ਸੈਲ ਦੇ ਵਿੱਚ ਡਿਵੈਲਪ ਹੋ ਜਾਂਦਾ ਆ ਜਾਂ ਇਹ ਫਾਰਮ ਕਰਦਾ ਟੂ ਸਪਰਮ ਮਦਰ ਸੈਲ। ਬਹੁਤ ਈਜ਼ੀ ਹੈ ਬੇਟਾ, ਠੀਕ ਹੈ। ਹੁਣ ਬਣ ਗਏ ਕਹਿ ਲਓ ਸਪਰਮ ਮਦਰ ਸੈਲਸ ਬਣ ਗਏ, ਹਰ ਸਪਰਮ ਮਦਰ ਸੈਲ ਕੋਲ ਆਪਣਾ ਨਿਊਕਲੀਅਸ ਹੈਗਾ ਆ ਅਤੇ ਉੱਥੇ ब्लैफेरोप्लास्ट ਵੀ ਹੈਗਾ ਆ। ब्लैफेरोप्लास्ट ਜਿਹੜਾ ਹੈ ਉਹ ਲੰਬਾ ਹੁੰਦਾ ਆ, ਸਾਈਜ਼ 'ਚ ਵੱਧਦਾ ਰਹਿੰਦਾ ਆ, ਟੂ ਫਾਰਮ ਸਪਾਇਰਲੀ ਕੋਇਲਡ ਸਟਰਕਚਰ ਫਰੋਮ ਵਿਚ ਅਰਾਈਜ਼ ਥਾਊਜ਼ੈਂਡਸ ਆਫ ਸੀਲੀਆ। ਤਾਂ ਜਿਹੜੇ ਸਪਰਮਸ ਆ ਜਿਹੜੇ ब्लैफेरोप्लास्ट ਆ ਇਹਦੇ ਵਿੱਚ ਸਪਾਇਰਲੀ ਕੋਇਲਡ ਸਟਰਕਚਰ ਇਹ ਫਾਰਮ ਕਰਦਾ ਆ ਅਤੇ ਉਹਦੇ ਵਿੱਚ ਹਜ਼ਾਰੋਂ ਸੀਲੀਆ ਜਿਹੜੇ ਆ ਉਹ ਲੱਗੇ ਹੁੰਦੇ ਆ। ਆ ਅਸੀਂ ਸਪਰਮ ਮਦਰ ਸੈਲਸ ਦੇਖਿਆ। ਸਪਰਮ ਮਦਰ ਸੈਲ ਜਿਹੜਾ ਆ ਇਹ ब्लैफेरोप्लास्ट ਜਿਹੜਾ ਆ ਕੋਇਲ ਸਟਰਕਚਰ ਫਾਰਮ ਕਰ ਲੈਂਦਾ ਆ, ਡਿਵੈਲਪ ਹੋ ਜਾਂਦਾ ਇਨਟੂ ਕੋਇਲ ਸਟਰਕਚਰ ਅਤੇ ਬਹੁਤ ਸਾਰੇ ਸੀਲੀਆ ਜਿਹੜੇ ਇਹਦੇ ਵਿੱਚ ਲੱਗੇ ਹੁੰਦੇ ਆ। ਹੁਣ ਸਪਰਮਸ ਜਿਹੜੇ ਆ ਸਪਰਮਸ ਜਾਂ ਐਂਥੀਰੋਜ਼ੋਇਡਸ ਵੀ ਇਹਨਾਂ ਨੂੰ ਕਹਿੰਦੇ ਆ। Sperm of Cycas revoluta were first observed by Aquino 1896 ਦੇ ਵਿੱਚ। ਇਹ ਲਾਰਜ ਹੁੰਦੇ ਆ, ਆਪਾਂ ਨੇਕਡ ਆਈ ਨਾਲ ਇਹਨਾਂ ਨੂੰ ਦੇਖ ਸਕਦੇ ਹਾਂ। ਲਾਰਜੈਸਟ ਇਨ ਦਾ ਪਲਾਂਟ ਕਿੰਗਡਮ ਇਹ ਖਾਸ ਆ, ਇਹਦਾ ਧਿਆਨ ਰੱਖਣਾ ਤੁਸੀਂ। ਐਂਡ ਮੇਜਰਸ ਅਬਾਊਟ 200 to 3 ਮੀਟਰ ਵਾਈਡ ਲੈਂਥ ਔਰ ਬ੍ਰੈਡਥ ਹੈ ਇਹਦੀ। ਟੌਪ ਸ਼ੇਪਡ ਲਾਟੂ ਹੁੰਦਾ, ਜਿੱਦਾਂ ਟੌਪ ਮੈਨੇ ਲਾਟੂ ਆ ਇਸ ਤਰ੍ਹਾਂ ਦਾ ਹੁੰਦਾ ਅਤੇ ਵਿੱਚ ਇੱਦਾਂ ਗੋਲ 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 ਘੁਮਾਉਂਦੇ ਆ ਉਹਨੂੰ, ਇਸ ਤਰ੍ਹਾਂ ਦਾ ਇਹ ਟੌਪ ਸ਼ੇਪਡ ਹੁੰਦਾ ਓਵਲ। ਸਪਾਇਰਲੀ ਕੋਇਲਡ ਇਨ ਦਾ ਐਂਟੀਰੀਅਰ ਹਾਫ ਐਂਡ ਬਰੋਡ ਇਨ ਦਾ ਪੋਸਟੀਰੀਅਰ ਹਾਫ। ਤਾਂ ਆਹ ਲਾਟੂ ਵਰਗਾ ਦੇਖੋ ਡਾਇਗਰਾਮ ਹੈ ਆਹ ਵਾਲਾ ਅਤੇ ਇਹ ਜਿਹੜੇ ਕਹਿ ਲਓ ਕਿ ਇਹ ਮੋਟਾਈਲ ਹੁੰਦੇ ਆ, ਚੱਲ ਸਕਦੇ ਆ,
possesses 4 to 5 spiral bands of cilia ਦੇ ਕਾਰਨ ਹੀ ਇਹ ਚੱਲ ਸਕਦੇ ਆ। ਦੋਨੋਂ ਸਪਰਮਸ ਜਿਹੜੇ ਆ ਉਹ ਆਪਸ 'ਚ ਐਂਟੈਂਗਲ ਮਤਲਬ ਜੁੜੇ ਹੁੰਦੇ ਆ, ਆਪਸ 'ਚ ਇਹਨਾਂ ਨੇ ਜੁੜੇ ਹੁੰਦੇ ਆ। ਅਤੇ ਰੋਟੇਸ਼ਨਲ ਮੂਵਮੈਂਟ, ਜਿੱਦਾਂ ਲਾਟੂ ਘੁੰਮਦਾ ਤੁਸੀਂ ਉਹਨੂੰ ਘੁਮਾ ਦਿੰਦੇ ਆ, ਉਹ ਗੋਲ ਗੋਲ ਘੁੰਮਦਾ ਰਹਿੰਦਾ, ਇਸ ਤਰ੍ਹਾਂ ਹੈ। ਤਾਂ ਇਹ ਵੀ ਇੱਦਾਂ ਹੀ ਰੋਟੇਸ਼ਨਲ ਮੂਵਮੈਂਟ ਸ਼ੋ ਕਰਦੇ ਆ ਇਨਸਾਈਡ ਦਾ ਬੋਡੀ ਆਫ ਦਾ ਸੈੱਲ। ਅਤੇ ਅੱਧਾ ਕੁ ਘੰਟਾ ਇਹ ਲਗਭਗ ਘੁੰਮਦੇ ਰਹਿੰਦੇ ਆ, ਫਿਰ ਇਹ ਸੈਪਰੇਟ ਹੋ ਜਾਂਦੇ ਆ ਫਰੋਮ ਈਚ ਅਦਰ। ਤਾਂ ਆਹ ਇੱਦਾਂ ਲਾਟੂ ਵਾਂਗ ਘੁੰਮਦੇ ਰਹਿੰਦੇ ਆ, ਕਿਉਂਕਿ ਇਹ ਜੁੜੇ ਹੁੰਦੇ ਆ ਪਹਿਲਾਂ, ਫਿਰ ਹੌਲੀ ਹੌਲੀ ਘੁੰਮ ਘੁੰਮ ਕੇ ਇਹਨਾਂ ਦੇ ਸੀਲੀਆ ਜਿਹੜੇ ਉਹ ਆਪਸ ਦੋਨਾਂ ਦੇ ਸੀਲੀਆ ਅਲੱਗ ਹੋ ਜਾਂਦੇ ਆ, ਅਤੇ ਇਹ ਸੈਪਰੇਟ ਸਟਰਕਚਰਸ ਬਣ ਜਾਂਦੇ ਆ ਜਾਂ ਸੈਪਰੇਟ ਹੋ ਜਾਂਦੇ ਆ ਇੱਕ ਦੂਸਰੇ ਤੋਂ। ਫਿਰ ਇਹ ਸੀਗਾ ਜਿਹੜਾ ਇਹਦਾ ਡਿਵਲਪਮੈਂਟ ਆਫ ਗੈਮੀਟੋਫਾਈਟ। ਦੈਨ ਅਸੀਂ ਇਹ ਜਿਹੜੇ ਸਪਰਮਸ ਸੈਪਰੇਟ ਹੁੰਦੇ ਆ, ਇਹ ਸਵਿਮ ਕਰਦੇ ਆ ਇਨ ਦਾ ਫਲੂਇਡ ਆਫ ਦਾ ਬੋਡੀ ਸੈੱਲ। ਫਾਈਨਲੀ ਇਹ ਕੀ ਕਰਦੇ ਆ, ਮਾਈਗ੍ਰੇਟ ਕਰ ਜਾਂਦੇ ਆ ਇਨਟੂ ਦਾ ਪੋਲਨ ਟਿਊਬ, ਰੋਟੇਟਿੰਗ ਅਪੋਨ ਦਾ ਐਕਸਿਸ, ਤੇ ਰੀਚ ਅਪ ਟੂ ਦਾ ਟਰਜਿਡ ਟਿਪ ਟੂ ਬੀ ਡਿਸਚਾਰਜਡ ਡਿਊਰਿੰਗ ਫਰਟੀਲਾਈਜੇਸ਼ਨ। ਮਤਲਬ ਇਹਨਾਂ ਨੇ ਬਾਹਰ ਨਿਕਲਣਾ ਹੁੰਦਾ, ਫਿਰ ਹੀ ਫਰਟੀਲਾਈਜੇਸ਼ਨ ਹੋਊਗਾ। ਤਾਂ ਸਪਰਮਸ ਬਣੇ ਕਿੱਥੇ ਸੀਗੇ, ਆ ਪੋਲਨ ਟਿਊਬ 'ਚ। ਹੌਲੀ ਹੌਲੀ ਇਹਨਾਂ ਨੇ ਪੋਲਨ ਟਿਊਬ ਦੇ ਵਿੱਚ ਜਿਹੜਾ ਫਲੂਇਡ ਹੁੰਦਾ ਆ ਜਿੱਦਾਂ ਪੋਲਨ ਟਿਊਬ ਹੈ, ਇੱਥੇ ਸੈਪਰੇਟ ਹੋ ਗਏ, ਇਹਦੇ ਫਲੂਇਡ 'ਚ ਇਹਨਾਂ ਨੇ ਤੈਰੀ ਜਾਣਾ ਆ। ਫਿਰ ਇਹਨਾਂ ਨੇ ਕਹਿ ਲਓ ਕਿ ਇੱਥੇ ਆਹ ਵਾਲੀ ਟਿਪ ਤੱਕ, ਜਿੱਧਰ ਵੀ ਇਹਦੀ ਟਿਪ ਹੋਈ ਪੋਲਨ ਟਿਊਬ ਦੀ, ਉੱਧਰ ਮੂਵ ਕਰਕੇ ਆਹ ਟਿਪ ਜਿਹੜੀ ਆ ਫਟ ਜਾਣੀ ਆ, ਅਤੇ ਡਿਊਰਿੰਗ ਫਰਟੀਲਾਈਜੇਸ਼ਨ ਇਹ ਡਿਸਚਾਰਜ ਹੋ ਜਾਣੇ ਆ ਆਊਟ ਆਫ ਦਾ ਪੋਲਨ ਟਿਊਬ। ਇਸ ਵੀਡੀਓ 'ਚ ਆਪਾਂ ਨਹੀਂ ਪੜ੍ਹਦੇ ਹਾਂ, ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।